बिस्मिल्लाहिर्रहमानिर्रहीम। एक अकबर ਨਾਂ ਦਾ ਬੰਦਾ ਸੀ ਤੇ ਉਹ ਵਕਤ ਦਾ ਬਾਦਸ਼ਾਹ ਸੀ। ਦੁਨੀਆ ਉਹਨੂੰ ਅਕਬਰ ਬਾਦਸ਼ਾਹ ਦੇ ਨਾਂ ਤੋਂ ਯਾਦ ਕਰਦੀ ਏ। ਉਹਨੇ ਇੱਕ ਆਪਣਾ ਖਾਸ ਮੁਲਾਜ਼ਮ ਰੱਖਿਆ ਸੀ ਜਿਹੜਾ ਉਹਦਾ ਬਿਸਤਰਾ ਵਿਛਾਉਂਦਾ ਸੀ। ਰੋਜ਼ਾਨਾ ਉਹ ਬਿਸਤਰਾ ਵਿਛਾਉਂਦਾ ਵੀ ਸੀ ਤੇ ਜਦੋਂ ਸੁਬਹ ਦੇ ਟਾਈਮ ਤੇ ਬਾਦਸ਼ਾਹ ਸਲਾਮਤ ਉੱਠ ਪੈਂਦੇ ਸੀ ਤੇ ਉਸ ਤੋਂ ਬਾਅਦ ਉਹ ਬਿਸਤਰ ਨੂੰ ਕਲੋਜ਼ ਵੀ ਕਰਦਾ ਸੀ। ਉਹਨੂੰ ਕਾਫੀ ਅਰਸਾ ਹੋ ਗਿਆ ਸੀ ਇਸ ਡਿਊਟੀ ਦੇ ਉੱਤੇ। ਇੱਕ ਦਿਨ ਉਹ ਬਾਦਸ਼ਾਹ ਦਾ ਬਿਸਤਰਾ ਵਿਛਾ ਰਿਹਾ ਤੇ ਉਹਦੇ ਦਿਲ ਦੇ ਵਿੱਚ ਇੱਕ ਖਿਆਲ ਆ ਗਿਆ। ਉਹ ਸੋਚਣ ਲੱਗ ਪਿਆ ਵੀ ਮੈਨੂੰ ਮੁੱਦਤ ਹੋ ਗਈ ਏ ਮੈਂ ਬਾਦਸ਼ਾਹ ਦਾ ਬਿਸਤਰਾ ਵਿਛਾਣਾ, ਲੇਕਿਨ ਅੱਜ ਤੱਕ ਮੈਂ ਬਾਦਸ਼ਾਹ ਦੇ ਬਿਸਤਰ ਦੇ ਉੱਤੇ ਲੰਮਾ ਪੈ ਕੇ ਨਹੀਂ ਵੇਖਿਆ ਤੇ ਮੈਂ ਅੱਜ ਬਾਦਸ਼ਾਹ ਦੇ ਬਿਸਤਰ ਦੇ ਉੱਤੇ ਲੇਟ ਕੇ ਵੇਖਾਂ ਵੀ ਇੱਥੇ ਕਿਸ ਤਰ੍ਹਾਂ ਦਾ ਸਕੂਨ ਹੈ। ਉਹਨੇ ਬਿਸਤਰਾ ਬੜਾ ਅੱਛੀ ਤਰ੍ਹਾਂ ਵਿਛਾਇਆ ਤੇ ਉਸ ਤੋਂ ਬਾਅਦ ਉਸ ਬਿਸਤਰ ਦੇ ਉੱਤੇ ਲੇਟ ਗਿਆ ਤੇ ਉਹਨੇ ਉਸ ਤਰ੍ਹਾਂ ਹੀ ਚਾਦਰ ਲੈ ਲਈ ਜਿਵੇਂ ਬਾਦਸ਼ਾਹ ਸਲਾਮਤ ਉਹ ਚਾਦਰ ਓੜ ਕੇ ਤੇ ਲੇਟਦੇ ਸੀ। ਜਦੋਂ ਉਹ ਲੇਟ ਗਿਆ ਤੇ ਥੋੜੀ ਦੇਰ ਤੋਂ ਬਾਅਦ ਹੀ ਉਹਨੂੰ ਇੰਨਾ ਸਕੂਨ ਆਇਆ ਵੀ ਉਹਨੂੰ ਨੀਂਦਰ ਆ ਗਈ। ਉਹ ਸੌਂ ਗਿਆ, ਚਾਦਰ ਉਹਨੇ ਉੱਤੇ ਲਈ ਏ। ਉਸ ਤੋਂ ਬਾਅਦ ਜਿਹੜੀ ਰਾਣੀ ਸੀ ਬਾਦਸ਼ਾਹ ਦੀ ਬੀਵੀ, ਜਦੋਂ ਉਹ ਸੌਣ ਵਾਸਤੇ ਆਈ ਤੇ ਉਹਨੇ ਵੇਖਿਆ ਵੀ ਬਾਦਸ਼ਾਹ ਸੁੱਤਾ ਪਿਆ। ਉਹਨੇ ਚਾਦਰ ਮੂੰਹ ਤੋਂ ਹਟਾ ਕੇ ਵੇਖਿਆ ਨਹੀਂ ਦਾ ਵੀ ਇਹ ਬਾਦਸ਼ਾਹ ਹੈ ਕਿ ਇਹ ਨੌਕਰ ਹੈ। ਉਹ ਵੀ ਆਰਾਮ ਨਾਲ ਉਹਦੇ ਨਾਲ ਉਸ ਤਰ੍ਹਾਂ ਹੀ ਲੇਟ ਗਈ ਚੁੱਪਚਾਪ ਤੇ ਉਹ ਵੀ ਸੌਂ ਗਈ। ਜਦੋਂ ਬਾਦਸ਼ਾਹ ਸਲਾਮਤ ਆਏ ਤੇ ਉਹਨੇ ਦੇਖਿਆ ਵੀ ਇਹ ਮੇਰੀ ਬੀਵੀ ਦੇ ਨਾਲ ਕੌਣ ਸੁੱਤਾ ਹੈ। ਉਹਨੇ ਉਹ ਚਾਦਰ ਜਿਹੜੀ ਹੈ ਮੂੰਹ ਤੋਂ ਪਰਾਂ ਹਟਾਈ ਤੇ ਉਹਨੇ ਦੇਖਿਆ ਵੀ ਮੇਰੀ ਬੀਵੀ ਦੇ ਨਾਲ ਨੌਕਰ ਸੁੱਤਾ ਪਿਆ। ਉਹਨੂੰ ਬੜਾ ਗੁੱਸਾ ਆਇਆ ਤੇ ਉਹਨੇ ਆਪਣੀ ਤਲਵਾਰ ਕੱਢ ਲਈ ਤੇ ਮੈਂ ਇਹਦਾ ਸਿਰ ਲਾਹ ਦੇਣਾ। ਉਹ ਤਲਵਾਰ ਕੱਢ ਕੇ ਤੇ ਆਪਣੇ ਜਿਹੜਾ ਉਸ ਕਮਰੇ ਦੇ ਵਿੱਚੋਂ ਬਾਹਰ ਆਇਆ ਤੇ ਬਾਦਸ਼ਾਹ ਨੇ ਦੋ ਵਜ਼ੀਰ ਆਪਣੇ ਜਿਹੜੇ ਖਾਸ ਰੱਖੇ ਸੀ, ਉਹਨਾਂ ਦੇ ਵਿੱਚੋਂ ਇੱਕ ਦਾ ਨਾਂ ਹੈਗਾ ਸੀ ਬੀਰਬਲ ਤੇ ਦੂਸਰੇ ਨੂੰ ਮੁੱਲਾ ਪਿਆਜ਼ਾ ਆਂਦੇ ਸੀ। ਜਿਹੜਾ ਬੀਰਬਲ ਸੀ ਇਹ ਮੁਸਲਮਾਨ ਨਹੀਂ ਸੀ ਤੇ ਮੁੱਲਾ ਦੋ ਪਿਆਜ਼ਾ ਇਹ ਮੁਸਲਮਾਨ ਸੀ। ਉਹਨੇ ਆਪਣੇ ਦੋ ਵਜ਼ੀਰਾਂ ਦੇ ਸਾਹਮਣੇ ਇਹ ਗੱਲ ਰੱਖੀ ਵੀ ਮੇਰੀ ਬੀਵੀ ਦੇ ਨਾਲ ਨੌਕਰ ਨੇ ਇਹ ਹਰਕਤ ਕੀਤੀ ਹੈ ਵੀ ਮੈਂ ਆਇਆ ਤੇ ਉਹ ਮੇਰੀ ਬੀਵੀ ਦੇ ਨਾਲ ਸੁੱਤਾ ਪਿਆ ਤੇ ਇਹਦਾ ਕੀ ਇਲਾਜ ਕਰਨਾ ਚਾਹੀਦਾ। ਬੀਰਬਲ ਨੇ ਕਿਹਾ ਵੀ ਇਹਦਾ ਸਿਰ ਲਾ ਦਿਓ, ਤੁਸੀਂ ਤਲਵਾਰ ਦਾ ਫੜੀ ਤੇ ਸੋਚਣ ਦਾ ਵੀ ਟਾਈਮ ਨਹੀਂ, ਆਨਣ ਫਾਨਣ ਇਹਦਾ ਸਿਰ ਕੱਟ ਕੇ ਤੇ ਜ਼ਮੀਨ ਤੇ ਸੁੱਟ ਦਿਓ। ਇਹਨੇ ਇਹ ਗਲਤੀ ਕਿਉਂ ਕੀਤੀ। ਲੇਕਿਨ ਜਿਹੜਾ ਮੁੱਲਾ ਦੋ ਪਿਆਜ਼ਾ ਸੀ ਉਸਨੇ ਕਿਹਾ ਬਾਦਸ਼ਾਹ ਸਲਾਮਤ ਇਹਦੀ ਤਹਿਕੀਕ ਕਰ ਲਈਏ। ਬਾਦਸ਼ਾਹ ਨੂੰ ਉਹਦੀ ਗੱਲ ਸੁਣ ਕੇ ਤੇ ਬੜਾ ਗੁੱਸਾ ਆਇਆ। ਉਹਨੇ ਕਿਹਾ ਵੀ ਮੇਰੀਆਂ ਅੱਖਾਂ ਧੋਖਾ ਖਾ ਸਕਦੀਆਂ ਨੇ, ਮੈਂ ਆਪਣੇ ਸਾਹਮਣੇ ਵੇਖਣਾ ਪਿਆ ਵੀ ਮੇਰੀ ਬੀਵੀ ਦੇ ਨਾਲ ਨੌਕਰ ਸੁੱਤਾ ਪਿਆ ਤੇ ਤੂੰ ਕਹਿ ਰਿਹਾ ਵੀ ਇਹਦੀ ਤਹਿਕੀਕ ਕਰ ਲਈਏ। ਉਸਨੇ ਕਿਹਾ ਵੀ ਕਿਸੇ ਟਾਈਮ ਜੋ ਅੱਖਾਂ ਦੇਖ ਰਹੀਆਂ ਹੁੰਦੀਆਂ ਨੇ ਉਹ ਹਕੀਕਤ ਨਹੀਂ ਹੁੰਦੀ। ਲੇਕਿਨ ਬਾਦਸ਼ਾਹ ਇਸ ਗੱਲ ਤੇ ਐਗਰੀ ਨਾ ਹੋਇਆ, ਉਹਨੂੰ ਗੁੱਸਾ ਆਇਆ ਤੇ ਉਹਨੇ ਉਹ ਮੁੱਲਾ ਦੋ ਪਿਆਜ਼ਾ ਸੀ ਜਿਹੜਾ ਉਹਨੂੰ ਕੈਦ ਕਰਵਾ ਦਿੱਤਾ। ਉਸ ਤੋਂ ਬਾਅਦ ਅੰਦਰ ਆਇਆ, ਉਹਦੀ ਬੀਵੀ ਉੱਠ ਕੇ ਤੇ ਬੈਠ ਗਈ ਸੀ ਤੇ ਮੁਲਾਜ਼ਮ ਵੀ ਜਿਹੜਾ ਸੀ ਉਹ ਵੀ ਬੈਠਾ ਸੀ। ਮੁਲਾਜ਼ਮ ਜਿਹੜਾ ਹੈ ਪਸੀਨੇ ਦੇ ਨਾਲ ਸ਼ਰਾਬੂਰ ਸੀ, ਉਹਨੂੰ ਇਹ ਪਤਾ ਸੀ ਵੀ ਹੁਣ ਮੇਰਾ ਸਿਰ ਜਿਹੜਾ ਹੈ ਤਨ ਤੋਂ ਜੁਦਾ ਹੋ ਜਾਣਾ। ਬੀਵੀ ਨੂੰ ਉਹਨੇ ਪੁੱਛਿਆ ਵੀ ਇਹ ਤੂੰ ਕੀ ਹਰਕਤ ਕੀਤੀ ਹੈ। ਬੀਵੀ ਨੇ ਕਿਹਾ ਵੀ ਜੋ ਤੁਸੀਂ ਸੋਚ ਰਹੇ ਜੇ ਉਹ ਹਕੀਕਤ ਨਹੀਂ ਹੈਗੀ। ਮੈਂ ਜਦੋਂ ਆਈ ਹਾਂ ਤੇ ਇਹ ਮੁਲਾਜ਼ਮ ਜਿਹੜਾ ਅੱਗੇ ਹੀ ਸੁੱਤਾ ਪਿਆ ਸੀ ਤੇ ਇਹਨੇ ਆਪਣੇ ਮੂੰਹ ਦੇ ਉੱਤੇ ਚਾਦਰ ਲਈ ਸੀ ਤੇ ਮੈਂ ਸਮਝਿਆ ਵੀ ਤੁਸੀਂ ਸੁੱਤੇ ਪਏ ਤੇ ਮੈਂ ਆਰਾਮ ਦੇ ਨਾਲ ਲੇਟ ਗਈ ਤੇ ਜਗਾਇਆ ਮੈਂ ਇਸ ਨੂੰ ਤਾਂ ਵਾਸਤੇ ਨਹੀਂ। ਮੈਂ ਕਿਹਾ ਵੀ ਬਾਦਸ਼ਾਹ ਸਲਾਮਤ ਥੱਕੇ ਨੇ ਤੇ ਇਹਨਾਂ ਨੂੰ ਜਗਾਉਣਾ ਮੁਨਾਸਬ ਨਹੀਂ ਦਾ, ਆਰਾਮ ਕਰਦੇ ਨੇ ਪਏ। ਤੇ ਬੀਵੀ ਦੀ ਗੱਲ ਬਾਦਸ਼ਾਹ ਨੇ ਮੰਨੀ ਨਾ ਤੇ ਬੀਵੀ ਨੇ ਕਿਹਾ ਵੀ ਰਹਿ ਦਾ ਰਿਸ਼ਤਾ ਬਾਦਸ਼ਾਹ ਸਲਾਮਤ ਦੇ ਨਾਲ ਔਲਾਦ ਜੈਸਾ ਹੁੰਦਾ ਹੈ।
ਤੇ ਬੀਵੀ ਨੇ ਕਿਹਾ ਵੀ ਅਗਰ ਇੱਕ ਬੇਟੇ ਦੇ ਨਾਲ ਮਾਂ ਲੇਟ ਜਾਂਦੀ ਏ ਤੇ ਇਹਦਾ ਕੋਈ ਹਰਜ ਤਾਂ ਨਹੀਂ ਹੈਗਾ। ਬਾਦਸ਼ਾਹ ਥੋੜਾ ਨਰਮ ਹੋਇਆ। ਉਸ ਤੋਂ ਬਾਅਦ ਉਹਨੇ ਨੌਕਰ ਨੂੰ ਪੁੱਛਿਆ ਵੀ ਹਾਂ ਵੀ ਤੂੰ ਆਪਣੀ ਗੱਲ ਦੱਸ। ਉਹਨੇ ਕਿਹਾ ਵੀ ਮੈਂ ਇੰਨਾ ਚਿਰ ਹੋ ਗਿਆ ਬਿਸਤਰ ਵਿਛਾਉਂਦਾ ਸਾਂ, ਅੱਜ ਮੇਰਾ ਦਿਲ ਕੀਤਾ ਵੀ ਮੰਮੀ ਆਪਣੇ ਜਿਹੜਾ ਨੇ ਇਸ ਬਾਦਸ਼ਾਹ ਸਲਾਮਤ ਦੇ ਬਿਸਤਰ ਦੇ ਉੱਤੇ ਲੇਟ ਕੇ ਵੇਖਾਂ। ਇਹ ਹੈ ਤਾਂ ਮੇਰੀ ਗਲਤੀ ਏ, ਲੇਕਿਨ ਮੈਂ ਲੇਟ ਗਿਆ, ਮੈਨੂੰ ਸਕੂਨ ਇੰਨਾ ਆਇਆ ਵੀ ਮੈਂ ਸੌਂ ਗਿਆ। ਉਸ ਤੋਂ ਬਾਅਦ ਰਾਣੀ ਸਾਹਿਬਾਂ ਆਈਆਂ ਨੇ, ਇਹਨਾਂ ਮੇਰਾ ਮੂੰਹ ਤਾਂ ਨੰਗਾ ਕਰਕੇ ਵੇਖਿਆ ਨਹੀਂ ਦਾ ਨਾਮ ਮੈਨੂੰ ਜਗਾਇਆ ਤੇ ਇਹ ਵੀ ਨਾਲ ਲੇਟ ਗਈਆਂ ਨੇ। ਇੰਨੀ ਦੀ ਇੰਨੀ ਗੱਲ ਏ, ਹੋਰ ਕੋਈ ਗੱਲ ਨਹੀਂ ਹੈਗੀ। ਬਾਦਸ਼ਾਹ ਸਲਾਮਤ ਤੇ ਅੱਲਾ ਦੇ ਹੁਕਮ ਨਾਲ ਮੇਰੀ ਮਾਂ ਜੈਸੀ। ਬਾਦਸ਼ਾਹ ਮਜ਼ੀਦ ਨਰਮ ਹੋ ਗਿਆ ਤੇ ਉਹ ਇਸ ਗੱਲ ਤੇ ਐਗਰੀ ਹੋ ਗਿਆ ਵੀ ਇਹ ਇਤਫਾਕੀਆ ਜਿਹੜਾ ਨਾ ਗਲਤੀ ਏ, ਇਹ ਜਾਣ ਬੁੱਝ ਕੇ ਇਹਨਾਂ ਨਹੀਂ ਕੀਤੀ ਤੇ ਉਹਨਾਂ ਉਸ ਨੂੰ ਮਾਫ ਕਰ ਦਿੱਤਾ ਦੋਨਾਂ ਨੂੰ। ਉਸ ਤੋਂ ਬਾਅਦ ਜਿਹੜਾ ਮੁੱਲਾ ਦੋ ਪਿਆਜ਼ਾ ਸੀ ਜਿਹਨੂੰ ਕੈਦ ਕਰਵਾਇਆ ਸੀ, ਉਹਨੂੰ ਵੀ ਆਜ਼ਾਦ ਕਰਵਾਇਆ ਤੇ ਉਹਨੂੰ ਬੁਲਾਇਆ ਤੇ ਉਹਨੂੰ ਕਿਹਾ ਵੀ ਤੁਸੀਂ ਜਿਹੜੀ ਗੱਲ ਕਹੀ ਸੀ ਵੀ ਤਹਿਕੀਕ ਕਰ ਲਵੋ, ਤੁਹਾਨੂੰ ਮੈਂ ਕੈਦ ਕਰਵਾ ਕੇ ਤਹਿਕੀਕ ਕੀਤੀ ਏ ਤੇ ਤਹਿਕੀਕ ਦੇ ਵਿੱਚ ਤੁਹਾਡੀ ਗੱਲ ਹੀ ਠੀਕ ਹੋਈ ਏ ਵੀ ਜੋ ਅੱਖਾਂ ਵੇਖਦੀਆਂ ਪਈਆਂ ਹੁੰਦੀਆਂ ਨੇ ਕਿਸੇ ਟਾਈਮ ਉਹ ਹਕੀਕਤ ਨਹੀਂ ਹੁੰਦੀ। ਇਹ ਗੱਲ ਸੁਣਾਉਣ ਦਾ ਮਕਸਦ ਇਹ ਸੀ ਵੀ ਕੋਈ ਵੀ ਚੀਜ਼ ਤੁਸੀਂ ਵੇਖ ਲੈਂਦੇ ਜੇ, ਕਿਸੇ ਔਰਤ ਮਰਦ ਨੂੰ ਤੁਸੀਂ ਇਕੱਠਾ ਵੇਖ ਲੈਂਦੇ ਜੇ ਜਾਂ ਆਦੇ ਜਾਂਦੇ ਵੇਖ ਲੈਂਦੇ ਜੇ ਤੇ ਕੋਈ ਗਲਤ ਰਾਏ ਦੇਣ ਤੋਂ ਪਹਿਲਾਂ ਤਹਿਕੀਕ ਕਰ ਲੈਣੀ ਚਾਹੀਦੀ ਏ। ਜੋ ਤੁਸੀਂ ਸੋਚਦੇ ਪਏ ਸ਼ਾਇਦ ਉਹ ਹਕੀਕਤ ਨਾ ਹੋਵੇ। अस्सलामु अलैकुम वरहमतुल्लाह।